ਹੈਲੋ ਸਟੂਡੈਂਟਸ। ਤਾਂ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਮਾਰਕਸਿਜ਼ਮ ਦੇ ਉੱਪਰ MCQs ਜਿਹੜੇ ਕਿ ਤੁਹਾਡੇ ਲਈ ਤੁਹਾਡੇ ਮਾਸਟਰ ਕੈਡਰ ਦੀ ਤਿਆਰੀ ਲਈ ਬੜੇ ਹੀ ਹੈਲਪਫੁਲਸ ਹੋਣਗੇ। ਤਾਂ ਉਸ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਜਿਹੜਾ ਹੈ ਉਹ ਇਸ ਚੀਜ਼ ਦਾ ਫਾਇਦਾ ਲੈ ਸਕਣ। ਤਾਂ ਸ਼ੁਰੂ ਕਰਦੇ ਹਾਂ। ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ, ਕਾਰਲ ਮਾਰਕਸ ਦਾ ਜਨਮ ਕਿਸ ਦੇਸ਼ ਵਿੱਚ ਹੋਇਆ ਸੀ? ਤਾਂ ਚਾਰ ਆਪਸ਼ਨਸ ਨੇ ਆਪਣੇ ਕੋਲ। ਇੰਗਲੈਂਡ, ਬੀ ਆਪਸ਼ਨ ਹੈ ਅਮਰੀਕਾ, ਸੀ ਜਰਮਨੀ ਔਰ ਡੀ ਫਰਾਂਸ। ਤਾਂ ਇਸ ਦਾ ਸਹੀ ਉੱਤਰ ਹੈ ਬੱਚੋ ਜਰਮਨੀ, ਸੀ ਆਪਸ਼ਨ ਜਰਮਨੀ। ਔਰ ਜਰਮਨੀ ਦੀ ਸਿਟੀ ਸੀ ਟਰਾਇਰ। ਤਾਂ ਟਰਾਇਰ ਸਿਟੀ ਦੇ ਵਿੱਚ ਕਾਰਲ ਮਾਰਕਸ ਦਾ ਜਿਹੜਾ ਉਹ ਜਨਮ ਹੋਇਆ ਸੀ, ਜਰਮਨੀ ਦੀ ਟਰਾਇਰ ਸਿਟੀ ਵਿੱਚ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 2, ਕਾਰਲ ਮਾਰਕਸ ਦਾ ਜਨਮ ਕਦੋਂ ਹੋਇਆ ਸੀ? ਤਾਂ ਚਾਰ ਆਪਸ਼ਨਸ ਨੇ ਆਪਣੇ ਕੋਲ। ਪਹਿਲੀ ਆਪਸ਼ਨ ਹੈ 5 ਮਈ 1818, ਦੂਸਰੀ ਆਪਸ਼ਨ ਹੈ 5 ਮਾਰਚ 1867, ਤੀਸਰੀ ਹੈ 14 ਸਤੰਬਰ 1864, ਚੌਥੀ ਆਪਸ਼ਨ ਹੈ 14 ਮਾਰਚ 1883। ਤਾਂ ਇਸ ਦਾ ਸਹੀ ਆਨਸਰ ਹੈ ਏ ਆਪਸ਼ਨ 5 ਮਈ 1818। ਏ ਆਪਸ਼ਨ 5 ਮਈ 1818। ਤਾਂ ਇਸ ਦੇ ਵਿੱਚ ਜਿਹੜੀ ਚੌਥੀ ਆਪਸ਼ਨ ਹੈ ਬੱਚੋ 14 ਮਾਰਚ 1883। ਤਾਂ 14 ਮਾਰਚ 1883 ਨੂੰ ਕਾਰਲ ਮਾਰਕਸ ਦੀ ਜਿਹੜੀ ਆ ਮੌਤ ਹੋਈ ਸੀ। ਕਿੱਥੇ? ਲੰਦਨ ਦੇ ਵਿੱਚ, ਇੰਗਲੈਂਡ ਦੀ ਰਾਜਧਾਨੀ ਲੰਦਨ ਦੇ ਵਿੱਚ। ਚੌਥੀ ਆਪਸ਼ਨ ਹੈ ਜਿਹੜੀ ਉੱਥੇ ਮੌਤ ਹੋਈ ਸੀ 14 ਮਾਰਚ 1883 ਨੂੰ ਕਾਰਲ ਮਾਰਕਸ ਦੀ ਲੰਦਨ ਦੇ ਵਿੱਚ, ਇੰਗਲੈਂਡ ਦੀ ਰਾਜਧਾਨੀ ਵਿੱਚ। ਤਾਂ ਤੀਸਰਾ ਕੁਐਸਚਨ ਹੈ, ਮਾਰਕਸਵਾਦ ਕਿਸ ਤੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ? ਯਾਨੀ ਕਿ ਮਾਰਕਸਵਾਦ ਜਿਹੜਾ ਉਹ ਕਿਸ ਕਾਰਨ ਪੈਦਾ ਹੋਇਆ, ਕੀ ਰੀਜ਼ਨ ਸੀ? ਤਾਂ ਆਪਣੇ ਕੋਲ ਚਾਰ ਆਪਸ਼ਨਸ ਨੇ। ਪਹਿਲੀ ਅਮਰੀਕਾ ਦੀ ਕ੍ਰਾਂਤੀ, ਦੂਸਰੀ ਫਰਾਂਸ ਦੀ ਕ੍ਰਾਂਤੀ, ਤੀਸਰੀ ਆਪਸ਼ਨ ਗੌਰਵਪੂਰਨ ਕ੍ਰਾਂਤੀ, ਚੌਥੀ ਆਪਸ਼ਨ ਉਦਯੋਗਿਕ ਕ੍ਰਾਂਤੀ। ਤਾਂ ਇਸ ਦਾ ਸਹੀ ਆਨਸਰ ਹੈ ਡੀ ਆਪਸ਼ਨ ਉਦਯੋਗਿਕ ਕ੍ਰਾਂਤੀ, ਇੰਡਸਟਰੀਅਲ ਰੈਵੋਲੂਸ਼ਨ। ਡੀ ਆਪਸ਼ਨ ਉਦਯੋਗਿਕ ਕ੍ਰਾਂਤੀ। ਅਮਰੀਕਾ ਦੀ ਜਿਹੜੀ ਕ੍ਰਾਂਤੀ ਹੈ ਉਹ ਹੋਈ ਸੀ 1776 ਵਿੱਚ, ਫਰਾਂਸ ਦੀ ਕ੍ਰਾਂਤੀ ਹੋਈ ਸੀ 1799 ਵਿੱਚ 1789, ਔਰ ਗੌਰਵਪੂਰਨ ਕ੍ਰਾਂਤੀ ਜਿਹੜੀ ਕਿ ਇੰਗਲੈਂਡ ਦੀ ਗੌਰਵਪੂਰਨ ਕ੍ਰਾਂਤੀ ਸੀ, ਗਲੋਰੀਅਸ ਰੈਵੋਲੂਸ਼ਨ ਵੀ ਜਿਸ ਨੂੰ ਕਿਹਾ ਜਾਂਦਾ ਹੈ, ਉਹ ਹੋਈ ਸੀ 1688 ਦੇ ਵਿੱਚ। ਅੱਜ ਦਾ ਆਪਣਾ ਚੌਥਾ ਕੁਐਸਚਨ ਹੈ ਬੱਚੋ, ਕਾਰਲ ਮਾਰਕਸ ਕਿਸ ਵਿਚਾਰਧਾਰਾ ਨਾਲ ਸੰਬੰਧ ਰੱਖਦਾ ਸੀ? ਤਾਂ ਇਹ ਆਪਸ਼ਨ ਹੈ ਆਪਣੇ ਕੋਲ ਮਾਰਕਸਵਾਦ, ਮਾਰਕਸਿਜ਼ਮ, ਬੀ ਆਪਸ਼ਨ ਹੈ ਸਾਮਵਾਦ, ਕਮਿਊਨਿਜ਼ਮ, ਸੀ ਆਪਸ਼ਨ ਹੈ ਵਿਗਿਆਨਿਕ ਸਮਾਜਵਾਦ, ਸਾਇੰਟਿਫਿਕ ਸੋਸ਼ਲਿਜ਼ਮ, ਤੇ ਡੀ ਆਪਸ਼ਨ ਹੈ ਆਲ ਆਫ ਦਾ ਅਬਵ, ਉਪਰੋਕਤ ਸਾਰੇ। ਤਾਂ ਅੱਜ ਦਾ ਇਸ ਕੁਐਸਚਨ ਦਾ ਠੀਕ ਆਨਸਰ ਹੈ ਡੀ ਆਪਸ਼ਨ ਉਪਰੋਕਤ ਸਾਰੇ। ਯਾਨੀ ਕਿ ਮਾਰਕਸਵਾਦ, ਸਾਮਵਾਦ, ਕਮਿਊਨਿਜ਼ਮ, ਵਿਗਿਆਨਿਕ ਸਮਾਜਵਾਦ, ਇਹ ਸਾਰੀਆਂ ਹੀ ਆਪਸ਼ਨਾਂ ਜਿਹੜੀਆਂ ਨੇ ਠੀਕ ਨੇ। ਇਹ ਸਾਰਿਆਂ ਦਾ ਹੀ ਸੰਬੰਧ ਜਿਹੜਾ ਕਿਸ ਦੇ ਨਾਲ ਸੀ? ਮਾਰਕਸਵਾਦ ਦੇ ਨਾਲ। ਅੱਜ ਦਾ ਪੰਜਵਾਂ ਕੁਐਸਚਨ ਹੈ, ਕਾਰਲ ਮਾਰਕਸ ਦਾ ਕਰੀਬੀ ਸਹਿਯੋਗੀ ਕੌਣ ਸੀ? ਕਲੋਜ਼ ਐਸੋਸੀਏਟ। ਤਾਂ ਕਰੀਬੀ ਕੌਣ ਸੀ ਕਾਰਲ ਮਾਰਕਸ ਦਾ? ਤਾਂ ਪਹਿਲੀ ਆਪਸ਼ਨ ਹੈ ਹੀਗਲ, ਬੀ ਆਪਸ਼ਨ ਹੈ ਫਰੈਡਰਿਕ ਐਂਗਲਸ, ਸੀ ਆਪਸ਼ਨ ਹੈ ਡੇਵਿਡ ਰਿਕਾਰਡੋ ਔਰ ਚੌਥੀ ਆਪਸ਼ਨ ਹੈ CEM ਜੋਡੇ। ਤਾਂ ਆਨਸਰ ਹੈ ਸਹੀ ਇਸ ਦਾ ਬੀ ਆਪਸ਼ਨ ਫਰੈਡਰਿਕ ਐਂਗਲਸ। ਬੀ ਆਪਸ਼ਨ ਫਰੈਡਰਿਕ ਐਂਜਲਸ। ਤਾਂ ਬਾਕੀ ਆਪਸ਼ਨਾਂ ਦੀ ਗੱਲ ਕਰਦੇ ਹਾਂ। ਹੀਗਲ, ਤਾਂ ਹੀਗਲ ਤੋਂ ਜਿਹੜਾ ਕਾਰਲ ਮਾਰਕਸ ਨੇ ਕਿਹੜਾ ਸਿਧਾਂਤ ਲਿਆ ਸੀ? ਦਵੰਦਵਾਦ, ਭੌਤਿਕ ਦਵੰਦਵਾਦ। ਤਾਂ ਭੌਤਿਕ ਦਵੰਦਵਾਦ ਕਿਸ ਤੋਂ ਲਿਆ ਸੀ? ਹੀਗਲ ਤੋਂ। ਸੀ ਆਪਸ਼ਨ ਹੈ ਡੇਵਿਡ ਰਿਕਾਰਡੋ ਤੋਂ। ਕਿਹੜਾ ਸਿਧਾਂਤ ਲਿਆ ਸੀ? ਕੀਰਤ ਦਾ ਸਿਧਾਂਤ, ਵਾਧੂ ਮੁੱਲ ਦਾ ਸਿਧਾਂਤ। ਤਾਂ ਇਹ ਕਿਸ ਤੋਂ ਲਿਆ ਸੀ? ਡੇਵਿਡ ਰਿਕਾਰਡੋ ਤੋਂ। ਔਰ ਚੌਥੀ ਆਪਸ਼ਨ ਹੈ CEM ਜੋਡੇ। ਤਾਂ CEM ਜੋਡੇ ਨੇ ਜਿਹੜਾ ਉਹ ਕੀ ਕਿਹਾ ਸੀ ਕਾਰਲ ਮਾਰਕਸ ਨੂੰ? ਸਮਾਜਵਾਦ ਦਾ ਪਿਤਾਮਾ, ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਉਹ ਕਿਸ ਨੇ ਕਿਹਾ ਸੀ? CEM ਜੋਡੇ ਨੇ। ਸਾਮਵਾਦ ਦਾ ਪਿਤਾਮਾ CEM ਜੋਡੇ ਨੇ ਕਿਹਾ ਸੀ। ਤਾਂ ਅੱਜ ਦਾ 6ਵਾਂ ਕੁਐਸਚਨ ਹੈ,
ਕਾਰਲ ਮਾਰਕਸ ਦੀ ਕਿਹੜੀ ਕਿਤਾਬ ਨੂੰ ਪੈਰਿਸ ਪਾਂਡੂਲਿਪੀ ਦਾ ਨਾਂ ਦਿੱਤਾ ਗਿਆ ਹੈ? ਪੈਰਿਸ ਪਾਂਡੂਲਿਪੀ ਦਾ ਨਾਂ ਦਿੱਤਾ ਗਿਆ ਹੈ ਕਿਸ ਕਿਤਾਬ ਨੂੰ? ਤਾਂ ਇਹ ਆਪਸ਼ਨ ਹੈ ਆਪਣੇ ਕੋਲ ਦ ਕਮਿਊਨਿਸਟ ਮੈਨੀਫੈਸਟੋ, ਜਿਹੜੀ ਕਿ 1848 ਦੇ ਵਿੱਚ ਛਪੀ ਸੀ। ਬੀ ਆਪਸ਼ਨ ਹੈ ਇਕਨੋਮਿਕ ਐਂਡ ਫਿਲੋਸਫਿਕ ਮਨੂਸਕ੍ਰਿਪਟਸ 1844। ਸੀ ਆਪਸ਼ਨ ਹੈ ਦਾਸ ਕੈਪੀਟਲ 1867। ਡੀ ਆਪਸ਼ਨ ਹੈ ਵੈਲਿਊ ਪ੍ਰਾਈਸ ਪ੍ਰੋਫਿਟ 1867। ਤਾਂ ਇਸ ਦਾ ਸਹੀ ਆਨਸਰ ਹੈ ਬੀ ਇਕਨੋਮਿਕ ਐਂਡ ਫਿਲੋਸਫਿਕ ਮਨੂਸਕ੍ਰਿਪਟ, ਜਿਹੜੀ ਕਿ 1844 ਵਿੱਚ ਛਪੀ ਸੀ। ਉਸ ਕਿਤਾਬ ਨੂੰ ਹੀ ਪੈਰਿਸ ਪਾਂਡੂਲਿਪੀ ਵੀ ਕਿਹਾ ਜਾਂਦਾ ਹੈ। ਤਾਂ ਪਹਿਲੀ ਆਪਸ਼ਨ ਹੈ ਜਿਹੜੀ ਦਾ ਕਮਿਊਨਿਸਟ ਮੈਨੀਫੈਸਟੋ, ਜਿਸ ਦੇ ਵਿੱਚ ਰਾਜ ਸੰਬੰਧੀ ਵਿਚਾਰ ਦਿੱਤੇ ਨੇ ਕਿਸਨੇ? ਕਾਰਲ ਮਾਰਕਸ ਔਰ ਉਸ ਦਾ ਸਹਿਯੋਗੀ ਸੀ ਜਿਹੜਾ ਫਰੈਡਰਿਕ ਐਂਜਲਸ। ਤਾਂ ਉਹਨਾਂ ਦੋਨਾਂ ਨੇ ਕਮਿਊਨਿਸਟ ਮੈਨੀਫੈਸਟੋ ਨੂੰ ਲਿਖਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਰਾਜ ਸੰਬੰਧੀ ਵਿਚਾਰ ਦਿੱਤੇ ਨੇ ਔਰ ਇਸ ਕਿਤਾਬ ਨੂੰ ਹੀ ਉਹਨਾਂ ਨੇ ਆਪਣੇ ਆਪ ਨੂੰ ਇਸ ਕਿਤਾਬ ਦੇ ਵਿੱਚ ਹੀ ਸਮਾਜਵਾਦੀ ਕਿਹਾ ਹੈ। ਇਸ ਕਿਤਾਬ ਦੇ ਵਿੱਚ ਚਲਦੇ ਹਾਂ ਜੀ ਅਗਲੇ ਕੁਐਸਚਨ ਤੇ। 7ਵਾਂ ਕੁਐਸਚਨ, ਕਾਰਲ ਮਾਰਕਸ ਨੇ ਕਿਸ ਦੀ ਤੁਲਨਾ ਅਫੀਮ ਦੇ ਨਾਲ ਕੀਤੀ ਹੈ? ਤਾਂ ਕਿਸ ਨੂੰ ਅਫੀਮ ਦੇ ਸਮਾਨ ਮੰਨਿਆ ਹੈ? ਜਿਸ ਤਰ੍ਹਾਂ ਅਫੀਮ ਦਾ ਨਸ਼ਾ ਹੋ ਜਾਂਦਾ ਹੈ ਤਾਂ ਉਸ ਤਰ੍ਹਾਂ ਕਿਸ ਨੂੰ ਮੰਨਿਆ ਹੈ? ਤਾਂ ਪਹਿਲੀ ਆਪਸ਼ਨ ਹੈ ਸਮਾਜ, ਦੂਜੀ ਹੈ ਰਾਜ, ਤੀਸਰੀ ਹੈ ਧਰਮ ਔਰ ਚੌਥੀ ਆਪਸ਼ਨ ਹੈ ਵਿਅਕਤੀ। ਤਾਂ ਇਸ ਦਾ ਸਹੀ ਆਨਸਰ ਹੈ ਸੀ ਆਪਸ਼ਨ ਧਰਮ। ਤਾਂ ਉਸਨੇ ਧਰਮ ਨੂੰ ਜਿਹੜਾ ਹੈ ਉਹ ਅਫੀਮ ਦੇ ਨਾਲ, ਅਫੀਮ ਦੇ ਵਾਂਗ ਸਮਾਨ ਮੰਨਿਆ। ਤਾਂ ਅਫੀਮ ਦੇ ਨਾਲ ਕਿਸ ਦੀ ਤੁਲਨਾ ਕੀਤੀ ਹੈ? ਧਰਮ ਦੀ, ਕਿਉਂਕਿ ਖੁਦ ਨਾਸਤਿਕ ਸੀ ਕਾਰਲ ਮਾਰਕਸ, ਤਾਂ ਉਹ ਧਰਮ ਨਾਲ ਨਫ਼ਰਤ ਕਰਦਾ ਸੀ। ਤਾਂ ਬਚਪਨ ਦੇ ਵਿੱਚ ਹੀ ਯਹੂਦੀ ਧਰਮ ਦੇ ਵਿੱਚ ਉਹ ਪੈਦਾ ਹੋਇਆ ਸੀ, ਪਰ ਉਸਦੇ ਪਰਿਵਾਰ ਨੇ ਜਿਹੜਾ ਈਸਾਈ ਧਰਮ ਅਪਣਾ ਲਿਆ ਸੀ, ਇਸ ਕਰਕੇ ਉਹ ਜਿਹੜਾ ਧਰਮ ਨਾਲ ਨਫ਼ਰਤ ਕਰਦਾ ਸੀ। ਤਾਂ ਧਰਮ ਦੀ ਤੁਲਨਾ ਉਸਨੇ ਕਿਸ ਨਾਲ ਕੀਤੀ ਹੈ? ਅਫੀਮ ਦੇ ਨਾਲ। ਅਗਲਾ ਕੁਐਸਚਨ, ਕੁਐਸਚਨ ਨੰਬਰ 8। ਤਾਂ ਕੁਐਸਚਨ ਨੰਬਰ 8 ਹੈ ਆਪਣਾ ਅੱਜ ਦਾ, ਕਿਹੜਾ ਕਥਨ ਕਾਰਲ ਮਾਰਕਸ ਦਾ ਹੈ? ਤਾਂ ਪਹਿਲੀ ਆਪਸ਼ਨ ਹੈ ਸਾਡਾ ਇਤਿਹਾਸ ਕ੍ਰਾਂਤੀਆਂ ਦਾ ਇਤਿਹਾਸ ਹੈ। ਦੂਸਰੀ ਆਪਸ਼ਨ ਹੈ ਸਾਰੀ ਦੁਨੀਆ ਦੇ ਮਜ਼ਦੂਰ ਇੱਕ ਹੋ ਜਾਓ। ਤੀਸਰੀ ਆਪਸ਼ਨ ਹੈ ਹੁਣ ਤੱਕ ਦੁਨੀਆ ਦੇ ਵਿਚਾਰਕਾਂ ਨੇ ਵਿਆਖਿਆ ਕੀਤੀ ਸੀ ਪਰ ਹੁਣ ਲੋੜ ਹੈ ਇਸ ਨੂੰ ਬਦਲਣ ਦੀ। ਔਰ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਇਸ ਦਾ ਸਹੀ ਆਨਸਰ ਹੈ ਡੀ ਆਪਸ਼ਨ ਉਪਰੋਕਤ ਸਾਰੇ। ਇਹ ਸਾਰੇ ਹੀ ਕਥਨ ਜਿਹੜੇ ਨੇ ਸਹੀ ਨੇ। ਇਹ ਸਾਰੇ ਹੀ ਕਥਨ ਕਿਸ ਦੇ ਨੇ? ਕਾਰਲ ਮਾਰਕਸ ਦੇ। ਅਗਲਾ ਕੁਐਸਚਨ, ਕੁਐਸਚਨ ਨੰਬਰ 9, ਕਾਰਲ ਮਾਰਕਸ ਦਾ ਪ੍ਰਭਾਵ ਕਿਸ ਤੇ ਪਿਆ ਸੀ? ਤਾਂ ਆਪਣੇ ਕੋਲ 4 ਆਪਸ਼ਨਾਂ ਨੇ। ਪਹਿਲੀ ਆਪਸ਼ਨ ਹੈ ਰੂਸ ਦੀ ਕ੍ਰਾਂਤੀ, ਜਿਹੜੀ ਕਿ 1917 ਵਿੱਚ ਹੋਈ ਸੀ। ਬੀ ਆਪਸ਼ਨ ਚੀਨ ਦੀ ਕ੍ਰਾਂਤੀ 1949 ਚ ਹੋਈ ਸੀ। ਸੀ ਆਪਸ਼ਨ ਕਿਊਬਾ ਦੀ ਕ੍ਰਾਂਤੀ 1959। ਔਰ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਇਸ ਕੁਐਸਚਨ ਦਾ ਸਹੀ ਆਨਸਰ ਹੈ ਡੀ ਉਪਰੋਕਤ ਸਾਰੇ। ਰੂਸ ਦੀ ਕ੍ਰਾਂਤੀ, ਚੀਨ ਦੀ ਕ੍ਰਾਂਤੀ, ਕਿਊਬਾ ਦੀ ਕ੍ਰਾਂਤੀ। ਤਾਂ ਤਿੰਨਾਂ ਕ੍ਰਾਂਤੀਆਂ ਦੇ ਉੱਪਰ ਕਾਰਲ ਮਾਰਕਸ ਦੀ ਥਿਊਰੀ ਦਾ ਜਿਹੜਾ ਪ੍ਰਭਾਵ ਪਿਆ ਸੀ, ਕਾਰਲ ਮਾਰਕਸ ਦੀ ਫਿਲੋਸਫੀ ਦਾ ਜਿਹੜਾ ਪ੍ਰਭਾਵ ਪਿਆ ਸੀ, ਉਹ ਤਿੰਨਾਂ ਹੀ ਕ੍ਰਾਂਤੀਆਂ ਦੇ ਉੱਪਰ ਪਿਆ ਸੀ। ਤਾਂ ਇਸ ਦਾ ਸਹੀ ਆਨਸਰ ਹੈ ਡੀ ਆਪਸ਼ਨ ਉਪਰੋਕਤ ਸਾਰੇ। 10ਵਾਂ ਕੁਐਸਚਨ, ਕਾਰਲ ਮਾਰਕਸ ਨੇ ਦਰਸ਼ਨ ਸ਼ਾਸਤਰ ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ ਸੀ? ਫਿਲੋਸਫੀ ਦੀ ਜਿਹੜੀ ਡਿਗਰੀ ਹੈ ਕਾਰਲ ਮਾਰਕਸ ਨੇ ਉਹ ਕਿੱਥੋਂ ਪ੍ਰਾਪਤ ਕੀਤੀ ਸੀ? ਤਾਂ ਏ ਆਪਸ਼ਨ ਹੈ ਬਰਲਿਨ ਯੂਨੀਵਰਸਿਟੀ, ਬੀ ਆਪਸ਼ਨ ਹੈ ਬੋਨ ਯੂਨੀਵਰਸਿਟੀ, ਸੀ ਆਪਸ਼ਨ ਹੈ ਜੇਨਾ ਯੂਨੀਵਰਸਿਟੀ ਔਰ ਡੀ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਇਸ ਦਾ ਸਹੀ ਆਨਸਰ ਹੈ ਏ ਆਪਸ਼ਨ ਬਰਲਿਨ ਯੂਨੀਵਰਸਿਟੀ। ਬਰਲਿਨ ਯੂਨੀਵਰਸਿਟੀ ਸਹੀ ਆਨਸਰ ਹੈ ਇਸ ਦਾ। ਜਿਹੜੀ ਬੀ ਆਪਸ਼ਨ ਹੈ ਬੋਨ ਯੂਨੀਵਰਸਿਟੀ, ਤਾਂ ਬੋਨ ਯੂਨੀਵਰਸਿਟੀ ਤੋਂ ਕਾਰਲ ਮਾਰਕਸ ਨੇ ਹਿਸਟਰੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਔਰ ਸੀ ਆਪਸ਼ਨ ਹੈ ਜਿਹੜੀ ਜੇਨਾ ਯੂਨੀਵਰਸਿਟੀ, ਤਾਂ ਜੇਨਾ ਯੂਨੀਵਰਸਿਟੀ ਤੋਂ ਉਹਨਾਂ ਨੇ PhD ਦੀ ਡਿਗਰੀ ਪ੍ਰਾਪਤ ਕੀਤੀ ਸੀ। PhD ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ ਸੀ? ਜੇਨਾ ਯੂਨੀਵਰਸਿਟੀ ਤੋਂ 1841 ਦੇ ਵਿੱਚ। ਅਗਲਾ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਸਿਧਾਂਤ ਕਾਰਲ ਮਾਰਕਸ ਦਾ ਹੈ? ਤਾਂ ਪਹਿਲੀ ਆਪਸ਼ਨ ਹੈ ਭੌਤਿਕ ਦਵੰਦਵਾਦ, ਦੂਸਰੀ ਹੈ ਵਰਗ ਸੰਘਰਸ਼ ਦਾ ਸਿਧਾਂਤ, ਸੀ ਆਪਸ਼ਨ ਹੈ ਵਾਧੂ ਮੁੱਲ ਦਾ ਸਿਧਾਂਤ ਤੇ ਡੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਇਸ ਦਾ ਸਹੀ ਆਨਸਰ ਹੈ ਡੀ ਆਪਸ਼ਨ ਉਪਰੋਕਤ ਸਾਰੇ। ਭੌਤਿਕ ਦਵੰਦਵਾਦ, ਵਰਗ ਸੰਘਰਸ਼ ਦਾ ਸਿਧਾਂਤ ਔਰ ਵਾਧੂ ਮੁੱਲ ਦਾ ਸਿਧਾਂਤ, ਇਹ ਸਾਰੇ ਹੀ ਸਿਧਾਂਤ ਜਿਹੜੇ ਨੇ ਉਹ ਕਿਸ ਨਾਲ ਸੰਬੰਧਿਤ ਨੇ? ਕਾਰਲ ਮਾਰਕਸ ਦੇ ਨਾਲ।
ਤਾਂ ਭੌਤਿਕ ਦਵੰਦਵਾਦ ਕਿਸ ਤੋਂ ਲਿਆ ਸੀ? ਹੀਗਲ ਤੋਂ। ਕਾਰਲ ਮਾਰਕਸ ਨੇ ਭੌਤਿਕ ਦਵੰਦਵਾਦ, ਇਹ ਆਪਸ਼ਨ ਹੈ ਜਿਹੜੀ, ਉਹ ਵਾਲਾ ਸਿਧਾਂਤ ਕਿਸ ਤੋਂ ਲਿਆ ਸੀ? ਤਾਂ ਉਹ ਲਿਆ ਸੀ ਹੀਗਲ ਤੋਂ। ਔਰ ਵਾਧੂ ਮੁੱਲ ਦਾ ਸਿਧਾਂਤ ਕਿਸ ਤੋਂ ਲਿਆ ਸੀ? ਡੇਵਿਡ ਰਿਕਾਰਡੋ ਤੋਂ। ਡੇਵਿਡ ਰਿਕਾਰਡੋ ਤੋਂ। ਅਗਲਾ ਕੁਐਸਚਨ ਨੰਬਰ 12, ਕਿਸ ਨੇ ਕਮਿਊਨਿਸਟ ਮੈਨੀਫੈਸਟੋ ਨੂੰ ਬਾਈਬਲ ਜਾਂ ਕੁਰਾਨ ਦੀ ਤਰ੍ਹਾਂ ਪਵਿੱਤਰ ਕਿਹਾ? ਤਾਂ ਪਹਿਲੀ ਆਪਸ਼ਨ ਹੈ ਹੀਗਲ, ਦੂਜੀ ਹੈ ਟੇਲਰ, ਸੀ ਆਪਸ਼ਨ ਹੈ ਡੇਵਿਡ ਰਿਕਾਰਡੋ ਔਰ ਡੀ ਆਪਸ਼ਨ ਹੈ ਸਟਾਲਿਨ ਅਤੇ ਲੈਨਿਨ। ਤਾਂ ਇਸ ਦਾ ਸਹੀ ਆਨਸਰ ਹੈ ਬੀ, ਟੇਲਰ। ਤਾਂ ਟੇਲਰ ਨੇ ਕਮਿਊਨਿਸਟ ਮੈਨੀਫੈਸਟੋ, ਜਿਹੜੀ ਕਿ 1848 ਦੇ ਵਿੱਚ ਕਿਤਾਬ ਪਬਲਿਸ਼ ਹੋਈ ਸੀ, ਜਿਸ ਨੂੰ ਕਿੰਨੇ ਲਿਖਿਆ ਹੈ? ਕਾਰਲ ਮਾਰਕਸ ਔਰ ਉਸ ਦੇ ਸਹਿਯੋਗੀ ਨੇ ਫਰੈਡਰਿਕ ਐਂਜਲਸ ਨੇ। ਤਾਂ ਉਸ ਕਿਤਾਬ ਦੀ ਤੁਲਨਾ ਕਿਸ ਦੇ ਨਾਲ ਕੀਤੀ ਹੈ? ਟੇਲਰ ਨੇ ਬਾਈਬਲ ਅਤੇ ਕੁਰਾਨ ਦੇ ਨਾਲ। ਡੀ ਆਪਸ਼ਨ ਹੈਗੀ ਜਿਹੜੀ ਸਟਾਲਿਨ ਅਤੇ ਲੈਨਿਨ, ਇਹ ਦੋਨੋਂ ਰੂਸ ਦੇ ਸੀ ਰਹਿਣ ਵਾਲੇ, ਰੂਸ ਦੇ ਨੇਤਾ, ਜਿਨ੍ਹਾਂ ਨੇ ਕਿ ਉੱਥੇ ਸਾਮਵਾਦ ਦੀ ਸਿਫਾਰਿਸ਼ ਕੀਤੀ, ਯਾਨੀ ਕਿ ਕਾਰਲ ਮਾਰਕਸ ਦੇ ਸਿਧਾਂਤ ਨੂੰ, ਕਾਰਲ ਮਾਰਕਸ ਦੀ ਥਿਊਰੀ ਨੂੰ ਮੰਨਿਆ ਸੀ। ਤਾਂ ਇਹ ਉਸਦੇ ਸਮਰਥਕ ਸੀ, ਦੋਨੋਂ ਬਹੁਤ ਵੱਡੇ ਰੂਸ ਦੇ, ਦੋਨੋਂ ਸਟਾਲਿਨ ਅਤੇ ਲੈਨਿਨ। 13ਵਾਂ ਕੁਐਸਚਨ, ਮਾਰਕਸਵਾਦ ਦੇ ਪ੍ਰਮੁੱਖ ਆਲੋਚਕ ਕੌਣ ਸਨ? ਤਾਂ ਪਹਿਲੀ ਆਪਸ਼ਨ ਹੈ ਰਸਲ, ਦੂਸਰੀ ਆਪਸ਼ਨ ਹੈ ਹਾਊਸ, ਸੀ ਆਪਸ਼ਨ ਹੈ ਮੈਕਾਈਵਰ ਔਰ ਡੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਇਹ ਤਿੰਨੋਂ ਹੀ ਜਿਹੜੇ ਨੇ ਉਹ ਮਾਰਕਸਵਾਦ ਦੇ ਪ੍ਰਮੁੱਖ ਆਲੋਚਕ ਹੈਗੇ ਸੀ। ਤਾਂ ਇਹਨਾਂ ਨੇ ਸਾਰਿਆਂ ਨੇ ਹੀ ਮਾਰਕਸਵਾਦ ਦੀ ਆਲੋਚਨਾ ਕੀਤੀ ਹੈ, ਉਸ ਨੂੰ ਕ੍ਰਿਟੀਸਾਈਜ਼ ਕੀਤਾ ਹੈ। ਤਾਂ ਉਪਰੋਕਤ ਸਾਰੇ, ਡੀ ਆਪਸ਼ਨ ਉਹ ਸਹੀ ਉੱਤਰ ਹੈ। 14ਵਾਂ ਕੁਐਸਚਨ, ਕਾਰਲ ਮਾਰਕਸ ਅਨੁਸਾਰ ਸਮਾਜ ਦੇ ਕਿੰਨੇ ਵਰਗ ਹਨ? ਯਾਨੀ ਕਿ ਕਾਰਲ ਮਾਰਕਸ ਨੇ ਜਿਹੜਾ ਸਮਾਜ ਨੂੰ ਉਹ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਹੈ? ਤਾਂ ਪਹਿਲੀ ਆਪਸ਼ਨ ਹੈ 2, ਦੂਸਰੀ ਆਪਸ਼ਨ ਹੈ 5, ਤੀਸਰੀ ਆਪਸ਼ਨ ਹੈ 4, ਚੌਥੀ ਆਪਸ਼ਨ ਹੈ 3। ਤਾਂ ਇਸ ਦਾ ਸਹੀ ਉੱਤਰ ਹੈ ਏ ਆਪਸ਼ਨ 2। ਤਾਂ ਕਾਰਲ ਮਾਰਕਸ ਦੇ ਅਨੁਸਾਰ ਸਮਾਜ ਦੇ ਜਿਹੜੇ ਨੇ ਉਹ ਦੋ ਹੀ ਵਰਗ ਹੁੰਦੇ ਨੇ। ਪਹਿਲਾ ਵਰਗ ਉਹ ਕਹਿੰਦਾ ਸੀ ਪੂੰਜੀਪਤੀ ਵਰਗ ਤੇ ਦੂਸਰਾ ਮਜ਼ਦੂਰ ਵਰਗ। ਪੂੰਜੀਪਤੀ ਤੇ ਦੂਸਰਾ ਮਜ਼ਦੂਰ ਵਰਗ, ਜਾਂ ਇੱਕ ਅਮੀਰ ਵਰਗ ਤੇ ਦੂਜਾ ਵਰਗ ਕਿਹੜਾ? ਗਰੀਬ ਵਰਗ, ਜਾਂ ਇੱਕ ਸ਼ੋਸ਼ਣ ਕਰਨ ਵਾਲਿਆਂ ਦਾ ਵਰਗ ਤੇ ਇੱਕ ਸ਼ੋਸ਼ਿਤ ਹੋਣ ਵਾਲਿਆਂ ਦਾ ਵਰਗ। ਸ਼ੋਸ਼ਣ ਕਰਨ ਵਾਲਿਆਂ ਦਾ ਤੇ ਸ਼ੋਸ਼ਿਤ ਹੋਣ ਵਾਲਿਆਂ ਦਾ। ਯਾਨੀ ਕਿ ਮੇਨ ਉਸਨੇ ਦੋ ਹੀ ਵਰਗ ਬਣਾਏ ਨੇ, ਇੱਕ ਪੂੰਜੀਪਤੀ ਵਰਗ ਤੇ ਦੂਸਰਾ ਮਜ਼ਦੂਰ ਵਰਗ। ਅਮੀਰ ਗਰੀਬ, ਸ਼ੋਸ਼ਕ ਤੇ ਸ਼ੋਸ਼ਿਤ। ਅੱਜ ਦਾ ਲਾਸਟ ਕੁਐਸਚਨ ਹੈ ਆਪਣਾ ਬੱਚੋ, 15ਵਾਂ ਕੁਐਸਚਨ, ਕਾਰਲ ਮਾਰਕਸ ਨੂੰ ਅਸਲ ਰੂਪ ਵਿੱਚ ਸਾਮਵਾਦ ਦਾ ਪਿਤਾਮਾ ਕਿਸ ਨੇ ਕਿਹਾ? ਤਾਂ ਪਹਿਲੀ ਆਪਸ਼ਨ ਹੈ ਮਾਓ ਤੇ ਸੁੰਗ, ਦੂਸਰੀ ਆਪਸ਼ਨ ਹੈ ਹੀਗਲ, ਸੀ ਆਪਸ਼ਨ ਹੈ CEM ਜੋਰਡ ਔਰ ਚੌਥੀ ਆਪਸ਼ਨ ਹੈ ਟੇਲਰ। ਤਾਂ ਇਸ ਦਾ ਸਹੀ ਉੱਤਰ ਹੈ ਸੀ ਆਪਸ਼ਨ, CEM ਜੋਰਡ। ਜਿਹੜੀ ਏ ਆਪਸ਼ਨ ਹੈ ਉਹ ਹੈ ਮਾਓ ਸੇ ਤੁੰਗ। ਇਹ ਚੀਨ ਦੇ ਵਿੱਚ ਸਾਮਵਾਦ ਦਾ ਨੇਤਾ ਸੀ, ਜਿਹੜਾ ਕਿ ਕਾਰਲ ਮਾਰਕਸ ਦੀ ਥਿਊਰੀ ਤੋਂ ਬੜਾ ਪ੍ਰਭਾਵਿਤ ਸੀ। ਤਾਂ ਅੱਜ ਦੇ ਟਾਈਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਦੁਨੀਆ ਦੇ ਰੂਸ ਅਤੇ ਚੀਨ ਦੋ ਅਜਿਹੇ ਦੇਸ਼ ਨੇ ਜਿਹੜੇ ਕਮਿਊਨਿਜ਼ਮ, ਸਾਮਵਾਦ ਨੂੰ ਬੜਾਵਾ ਦਿੰਦੇ ਨੇ। ਔਰ ਪ੍ਰਮੁੱਖ ਉਦਾਹਰਨਾਂ ਨੇ ਅੱਜ ਦੇ ਟਾਈਮ ਦੀਆਂ ਦੋ ਦੇਸ਼ ਕਮਿਊਨਿਜ਼ਮ ਦੀਆਂ, ਸਾਮਵਾਦ ਦੀਆਂ। ਤਾਂ ਮਾਓ ਤੇ ਸੁੰਗ ਉਹਨਾਂ ਵਿੱਚੋਂ ਇੱਕ ਸੀ, ਚੀਨ ਦਾ ਨੇਤਾ। ਹੀਗਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ, ਹੀਗਲ ਤੋਂ ਕੀ ਲਿਆ ਸੀ, ਕਿਹੜੀ ਥਿਊਰੀ ਲਈ ਸੀ ਕਾਰਲ ਮਾਰਕਸ ਨੇ? ਭੌਤਿਕ ਦਵੰਦਵਾਦ ਦੀ। ਔਰ ਡੀ ਆਪਸ਼ਨ ਟੇਲਰ ਨੇ ਜਿਹੜਾ ਕਮਿਊਨਿਸਟ ਮੈਨੀਫੈਸਟੋ ਸੀ ਜਿਹੜਾ ਕਾਰਲ ਮਾਰਕਸ ਦਾ, ਉਸ ਨੂੰ ਕੀ ਕਿਹਾ ਸੀ? ਬਾਈਬਲ ਜਾਂ ਕੁਰਾਨ ਦੀ ਤਰ੍ਹਾਂ ਪਵਿੱਤਰ ਕਿਹਾ ਸੀ। ਠੀਕ ਹੈ ਬੱਚੋ, ਤਾਂ ਇਹ ਸੀ ਆਪਣਾ ਅੱਜ ਦੇ ਇੰਪੋਰਟੈਂਟ MCQ ਮਾਰਕਸਵਾਦ ਦੇ ਉੱਪਰ। ਅੱਛੀ ਤਰ੍ਹਾਂ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਹੈ, ਜਿਹੜੇ ਕਿ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਆਉਣ ਵਾਲੇ ਟਾਈਮ ਵਿੱਚ ਕੰਮ ਆਉਣਗੇ SST ਮਾਸਟਰ ਕੈਡਰ ਦੇ ਵਿੱਚ। ਜਿਨ੍ਹਾਂ ਬੱਚਿਆਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਨ। ਓਕੇ, ਥੈਂਕ ਯੂ।